पहला तीमोथियस 2 अध्याय उसकी 9 आयत तो पढ़िए। इसी तरह चाਹੁੰਦਾ ਹਾਂ ਭਈ ਇਸਤਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸਜਾਉਣੀ ਪੁਸ਼ਾਕ ਨਾਲ ਸਵਾਰਨ। ਅੱਜ ਖੁਦਾ ਨੇ ਕੁਝ ਗੱਲਾਂ ਮੇਰੇ ਮਨ ਵਿੱਚ ਪਾਈਆਂ ਜਿਹੜੀਆਂ ਅਸੀਂ ਭੈਣਾਂ ਦੇ ਬਾਰੇ ਵਿੱਚ ਦੇਖਾਂਗੇ, ਕਿਉਂਕਿ ਭੈਣਾਂ ਜਿਹੜੀਆਂ ਇਹ ਪ੍ਰਭੂ ਯਿਸੂ ਮਸੀਹ ਨੇ ਇਹਨਾਂ ਨੂੰ ਚੁਣਿਆ ਔਰ ਭੈਣਾਂ ਨੂੰ ਆਸ਼ੀਸ਼ ਦਿੱਤੀ ਖੁਦਾ ਨੇ। ਔਰ ਪਰਮੇਸ਼ਵਰ ਦਾ ਵਚਨ ਦੱਸਦਾ ਕਿ ਜਿਹੜੀ ਬਜ਼ੁਰਗ ਮਾਂ ਭੈਣ ਇਸ ਕਲੀਸਿਆ ਚ ਆਉਂਦੀ ਆ, ਕਿਤੇ ਵੀ ਚਰਚ ਵਿੱਚ ਜਾਂਦੀਆਂ ਭੈਣਾਂ, ਔਰ ਉਹਨਾਂ ਨੂੰ ਇਹਨਾਂ ਹਦਾਇਤਾਂ ਦਾ ਪਾਲਣ ਕਰਨਾ ਪੈਣਾ ਹੈ। ਕਿਉਂਕਿ ਪਰਮੇਸ਼ਵਰ ਜਦੋਂ ਕਿਸੇ ਨੂੰ ਚੁਣਦੇ ਆ ਤੇ ਉਹਦੇ ਉੱਤੇ ਪਵਿੱਤਰਤਾਈ ਜਿਹੜੀ ਆ ਨਜ਼ਰ ਆਉਣੀ ਚਾਹੀਦੀ ਹੈ, ਉਹਦੇ ਵਿੱਚ ਅੱਛਾ ਮੁਹੱਬਤ ਨਜ਼ਰ ਆਉਣੀ ਚਾਹੀਦੀ ਆ। ਸੋ ਇਸ ਕਰਕੇ ਅਸੀਂ ਇਹਨਾਂ ਵਚਨਾਂ ਦੇ ਵੱਲ ਗੌਰ ਕਰਨੀ ਆ ਕਿ ਪਰਮੇਸ਼ਵਰ ਸਾਨੂੰ ਕੀ ਸਿਖਾਉਂਦੇ ਆ। ਹੁਣ ਫਿਰ ਪੜ੍ਹੀਏ ਦੁਬਾਰਾ। ਇਸੇ ਤਰ੍ਹਾਂ ਚਾਹੁੰਦਾ ਹਾਂ ਭਈ ਇਸਤਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸਵਾਣੀ ਪੁਸ਼ਾਕ ਨਾਲ ਸਵਾਰਨ। ਪਰਮੇਸ਼ਵਰ ਦਾ ਵਚਨ ਦੱਸਦਾ ਕਿ ਜਿਹੜੀਆਂ ਭੈਣਾਂ ਨੇ ਤੋਬਾ ਕੀਤੀ ਤੇ ਪਾਣੀ ਦਾ ਬਪਤਿਸਮਾ ਲਿਆ, ਉਹ ਭੈਣਾਂ ਦਾ ਜਿਹੜਾ ਜੀਵਨ ਆ ਉਹ ਪਰਮੇਸ਼ਵਰ ਦੇ ਵਿੱਚ ਸੰਪੂਰਨਤਾਈ ਦੇ ਨਾਲ ਚੱਲਣ ਵਾਲਾ ਹੋਣਾ ਚਾਹੀਦਾ ਹੈ। ਔਰ ਭੈਣਾਂ ਨੂੰ ਇਸ ਕਲੀਸਿਆ ਦੇ ਵਿੱਚ ਇੱਕ ਹਦਾਇਤ ਕੀਤੀ ਕਿ ਭੈਣਾਂ ਆਪਣੇ ਆਪ ਨੂੰ ਇੱਕ ਅੱਛੇ ਵਸਤਰਾਂ ਦੇ ਨਾਲ ਸਵਾਰਨ। ਇੱਕ ਭੈਣ ਜਿਹੜੀ ਆ ਕਲੀਸਿਆ ਦੇ ਵਿੱਚ ਆਉਂਦੀ, ਚਾਹੇ ਉਹ ਸੇਵਾ ਕਰਦੀ ਭੈਣ ਹੋਵੇ, ਚਾਹੇ ਉਹ ਵਿਸ਼ਵਾਸੀ ਦੇ ਤੌਰ ਵਿੱਚ ਭੈਣ ਹੋਵੇ, ਉਸ ਭੈਣ ਨੂੰ ਪਰਮੇਸ਼ਰ ਦਾ ਵਚਨ ਇਹ ਗੱਲ ਬਿਆਨ ਕਰਦਾ, ਆਏ ਮੇਰੀ ਬੇਟੀ, ਆਏ ਮੇਰੇ ਬੇਟੇ, ਜੇ ਤੂੰ ਆਪਣੇ ਆਪ ਨੂੰ ਸਵਾਰਦਾ ਆ ਤਾਂ ਸੋਹਣੀਆਂ ਪੋਸ਼ਾਕਾਂ, ਸੋਹਣੇ ਕੱਪੜੇ ਦੇ ਨਾਲ ਸਵਾਰਿਆ ਜਾਏ, ਤਾਂ ਕਿ ਦੇਖਣ ਵਾਲੇ ਨੂੰ ਪਤਾ ਲੱਗੇ ਕਿ ਇਹ ਜਿਹੜੀ ਭੈਣ ਆ ਇਹ ਪਵਿੱਤਰਤਾਈ ਦੇ ਵਿੱਚ ਰਹਿਣ ਵਾਲੀ ਭੈਣ ਆ। ਇਸ ਭੈਣ ਨੇ ਆਪਣਾ ਜੀਵਨ ਜਿਹੜਾ ਆ ਪ੍ਰਭੂ ਯਿਸੂ ਮਸੀਹ ਨੂੰ ਸਮਰਪਣ ਕਰ ਦਿੱਤਾ ਹੋਇਆ ਹੈ। ਅੱਗੇ ਪੜ੍ਹੀਏ। ਨਾ ਗੁੰਦਿਆਂ ਹੋਇਆ ਵਾਲਾਂ ਅਤੇ ਸੋਨੇ ਜਾਂ ਮੋਤੀਆਂ ਜਾਂ ਭਾਰੇ ਮੁੱਲ ਦੇ ਵਸਤਰਾਂ ਨਾਲ। ਹਾਂ, ਕੱਲਾ ਇਹ ਨਹੀਂ ਕਿ ਹੇਅਰ ਸਟਾਈਲ ਵਧੀਆ ਕਰ ਲਿਆ ਗੁੰਦੇ ਹੋਏ ਵਾਲਾਂ ਦੇ ਨਾਲ, ਕੱਲਾ ਇਹ ਨਹੀਂ, ਔਰ ਨਾ ਕੋਈ ਬਹੁਤ ਮਹਿੰਗੇ ਤੁਸੀਂ ਗਹਿਣੇ ਪਾ ਲਓ ਉਹਦੇ ਨਾਲ ਤੁਹਾਡਾ ਸੋਹਣਾਪਨ ਬਾਹਰ ਆ ਸਕਦਾ। ਪ੍ਰਿਯੋ, ਅਗਰ ਇਮਾਨਦਾਰ ਭੈਣ ਆਪਣੇ ਆਪ ਨੂੰ ਪਰਮੇਸ਼ਵਰ ਦੇ ਸਾਹਮਣੇ ਚਲਾਉਂਦੀ ਆ ਤੇ ਉਹਦਾ ਜੀਵਨ ਜਿਹੜਾ ਆ ਪਰਮੇਸ਼ਵਰ ਦੇ ਨਾਲ ਬਣਿਆ ਰਹਿਣਾ ਚਾਹੀਦਾ ਆ। ਉਹਦੇ ਜੀਵਨ ਦੇ ਅੰਦਰ ਤਬਦੀਲੀ ਹੋਣੀ ਚਾਹੀਦੀ ਆ, ਉਹਦੇ ਜੀਵਨ, ਉਹਦੇ ਸੁਭਾਅ ਦੇ ਅੰਦਰ ਇੱਕ ਚੇਂਜਿਸ ਹੋਣੀ ਚਾਹੀਦੀ ਆ, ਕਿਉਂਕਿ ਉਹ ਦੁਨਿਆਵੀ ਗੱਲਾਂ ਨਾ ਉਹਨੂੰ ਖਿੱਚਣ। ਦੁਨਿਆਵੀ ਜਿਹੜਾ ਫੈਸ਼ਨ ਪ੍ਰਸਤੀ ਆ ਇਹ ਇਨਸਾਨ ਨੂੰ ਆਪਣੇ ਵੱਲ ਖਿੱਚਦਾ ਆ, ਬਲਕਿ ਬਾਈਬਲ ਵਿੱਚ ਲਿਖਿਆ ਜਿਹੜੀ ਭੈਣ ਪਰਮੇਸ਼ਰ ਨੂੰ ਗ੍ਰਹਿਣ ਕਰ ਚੁੱਕੀ ਆ ਉਹਦੇ ਵਸਤਰ ਵੀ ਕਿੱਦਾਂ ਦੇ ਹੋਣੇ ਚਾਹੀਦੇ ਆ ਅਤੇ ਸੰਜਮ ਸਹਿਤ ਅਤੇ ਆਪਣੇ ਆਪ ਨੂੰ ਸਵਾਣੀ ਪੁਸ਼ਾਕ ਨਾਲ ਸਵਾਰਨ। ਸੰਯਮ ਸਮਝਦੇ? ਸੰਯਮ ਨੂੰ ਕਿਹਨੂੰ ਕਹਿੰਦੇ, ਕੀ ਮਤਲਬ? ਧੀਰਜ ਰੱਖਣਾ, ਸੰਯਮ ਰੱਖ ਕੇ ਬਹਿਣਾ, ਇਹ ਇੱਕ ਭੈਣਾਂ ਨੂੰ ਬਾਈਬਲ ਵਿੱਚ ਹਦਾਇਤ ਆ। ਕਈ ਵਾਰੀ ਭੈਣਾਂ ਗੁੱਸਾ ਕਰ ਜਾਂਦੀਆਂ ਕਿ ਵੀ ਹਰ ਵੇਲੇ ਭੈਣਾਂ ਦਾ ਹੀ, ਪਰ ਇਹ ਮੈਂ ਵੀ ਨਹੀਂ ਲਿਖਿਆ ਤੇ ਤੁਸੀਂ ਵੀ ਨਹੀਂ ਲਿਖਿਆ, ਇਹ ਪਰਮੇਸ਼ਵਰ ਨੇ ਵਚਨ ਲਿਖਿਆ। ਇਹ ਪਰਮੇਸ਼ਵਰ ਇਦਾਂ ਚਾਹੁੰਦਾ ਕਿ ਇੱਕ ਜਿਹੜੀ ਬਜ਼ੁਰਗ ਮਾਤਾ ਹੋ ਗਈ ਆ ਜਾਂ ਜਵਾਨ ਭੈਣ ਚਰਚ ਵਿੱਚ ਆਉਂਦੀ ਆ, ਉਹਦਾ ਆਪੋ ਆਪਣਾ ਇੱਕ ਜੀਵਨ ਪਰਮੇਸ਼ਵਰ ਦੇ ਨਾਲ ਚੱਲਣ ਵਾਲਾ ਹੋਣਾ ਚਾਹੀਦਾ। ਇਦਾਂ ਵੀ ਬਾਈਬਲ ਵਿੱਚ ਲਿਖਿਆ ਜਿਹੜੀ ਭੈਣ ਸਿਆਣੀ ਹੋ ਗਈ ਆ ਉਹ ਦੂਸਰੀ ਨੌਜਵਾਨ ਭੈਣਾਂ ਨੂੰ ਕੀ ਕਰ ਸਕੇ, ਸਿਖਾ ਸਕੇ। ਸਿਖਾਉਣ ਵਾਲਾ ਹੋਣਾ ਚਾਹੀਦਾ ਸਾਡਾ ਜੀਵਨ ਕਿ ਮੇਰੀ ਏਜ ਅੱਗੇ ਵੱਧ ਗਈ ਆ ਤੇ ਮੈਂ ਹੁਣ ਦੂਸਰੀਆਂ ਜਿਹੜੀਆਂ ਮੇਰੇ ਤੋਂ ਛੋਟੀਆਂ ਆ ਇਹਨਾਂ ਨੂੰ ਕੀ ਕਰਨਾ ਹੈ, ਸਿਖਾਉਣਾ। ਤੇ ਜੇ ਅਸੀਂ ਆਪ ਹੀ ਉਹਦੇ ਨਾਲ ਫਸੇ ਰਵਾਂਗੇ ਤੇ ਸਿਖਾਉਣਾ ਕੀ ਆ? ਕਿਉਂਕਿ ਜਿੱਦਾਂ ਜਨਰੇਸ਼ਨ ਵਧਦੀ ਆ, ਜਿੱਦਾਂ ਅਸੀਂ ਆਪਣੀ ਉਮਰ ਵਿੱਚ ਵਧਦੇ ਆ, ਹੁਣ ਸਾਨੂੰ ਦੂਸਰਿਆਂ ਨੂੰ ਕੀ ਕਰਨਾ ਚਾਹੀਦਾ? ਛੋਟੀਆਂ ਭੈਣਾਂ ਨੂੰ, ਛੋਟੀਆਂ ਆਪਣੀਆਂ ਬੇਟੀਆਂ ਨੂੰ, ਉਹਨਾਂ ਨੂੰ ਇੱਕ ਭੈਣ ਅੱਛੇ ਰੀਤੀ ਨਾਲ ਸਿਖਾ ਸਕਦੀ ਆ ਕਿ ਅਸੀਂ ਮਸੀਹ ਦੇ ਨਾਲ ਚੱਲਣਾ ਤੇ ਸਾਨੂੰ ਪਰਮੇਸ਼ਰ ਦਾ ਵਚਨ ਕੀ ਆਖਦਾ ਹੈ। ਉਹ ਲਿਖਿਆ ਚੰਗੇ ਸਿਰਫ ਇਹ ਨਹੀਂ ਕਿ ਤੁਸੀਂ ਸੋਨਾ ਪਾ ਲਿਆ, ਇਹ ਨਹੀਂ ਕਿ ਵਧੀਆ ਵਸਤਰ ਪਾ ਲਿਆ, ਇਹ ਨਹੀਂ ਕਿ ਤੁਸੀਂ ਦੁਨਿਆਵੀ ਫੈਸ਼ਨ ਕਰ ਲਿਆ ਤੇ ਤੁਸੀਂ ਸੋਚਦੇ ਕਿ ਅਸੀਂ ਬਹੁਤ ਸੋਹਣੇ ਆ। ਸੋਹਣਾਪਨ ਜਿਹੜਾ ਆ ਉਹ ਮੇਰੀ ਤੇ ਤੁਹਾਡੀ ਜ਼ੁਬਾਨ ਵਿੱਚੋਂ ਨਜ਼ਰ ਆਉਣਾ। ਅਸਲ ਅੰਦਰ ਦਾ ਮਨੁੱਖ ਜਿਹੜਾ ਆ ਉਹ ਸਾਡੇ ਮੂੰਹ ਤੋਂ, ਸਾਡੀ ਭਾਸ਼ਾ ਤੋਂ, ਸਾਡੇ ਜੀਵਨ ਤੋਂ
ਪ੍ਰਗਟ ਹੋਵੇਗਾ ਕਿ ਇਹ ਭੈਣ ਕਿੱਦਾਂ ਦੀ ਆ। ਇਹਨੇ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ ਤੇ ਇਹਨੇ ਆਪਣੇ ਵਿੱਚੋਂ ਪ੍ਰਭੂ ਨੂੰ ਦਿਖਾਉਂਦੀ ਵੀ ਹੈ। ਅੱਗੇ ਪੜ੍ਹੀਏ। ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਹਨਾਂ ਇਸਤਰੀਆਂ ਨੂੰ ਫਬਦਾ। ਕਿਹੜੇ ਕਰਮਾਂ ਨਾਲ? ਹੈਲੋ ਬੋਲੋ ਬੋਲੋ, ਕਿਹੜੇ ਕਰਮਾਂ ਨਾਲ? ਸ਼ੁਭ ਕਰਮ। ਉਹਦੇ ਕਰਮ ਵੀ ਕਿੱਦਾਂ ਦੇ ਹੋਣੇ ਚਾਹੀਦੇ? ਕਰਮ ਦਾ ਮਤਲਬ ਕੰਮ। ਉਹਦੇ ਕੰਮ ਕਿੱਦਾਂ ਦੇ ਹੋਣੇ ਚਾਹੀਦੇ ਆ? ਸ਼ੁਭ ਕੰਮ ਹੋਣੇ ਚਾਹੀਦੇ। ਜਿਸ ਭੈਣ ਨੇ ਤੋਬਾ ਕੀਤੀ, ਪਾਣੀ ਦਾ ਬਪਤਿਸਮਾ ਲਿਆ, ਉਹ ਭੈਣ ਝਗੜਾਲੂ ਨਹੀਂ ਹੋਣੀ ਚਾਹੀਦੀ। ਉਹ ਭੈਣ ਲੜਾਕੀ ਗਾਲਾਂ ਕੱਢਣ ਵਾਲੀ ਨਹੀਂ ਹੋਣੀ ਚਾਹੀਦੀ। ਉਹ ਭੈਣ ਹਰ ਵਕਤ ਲੜੀ ਜਾਵੇ ਏਦਾਂ ਦੀ ਮਸੀਹੀ ਭੈਣ ਨਹੀਂ ਹੁੰਦੀ। ਉਹ ਹੋਊਗੀ, ਉਹ ਦੁਨਿਆਵੀ ਆ, ਉਹ ਮਸੀਹੀ ਨਹੀਂ। ਜਿਹੜੀ ਔਰਤ ਮਸੀਹੀ ਆ ਉਹ ਆਪਣੇ ਘਰ ਨੂੰ ਬਣਾ ਲੈਂਦੀ ਆ, ਝਗੜਾ ਕਰਕੇ ਨਹੀਂ। ਝਗੜਾ ਕਰਕੇ ਘਰ ਜਿਹੜਾ ਟੁੱਟਦਾ ਆ ਤੇ ਜਿਹੜਾ ਪਿਆਰ ਦੇ ਨਾਲ ਆ ਉਹ ਘਰ ਜੁੜਦਾ। ਤੇ ਜਿੱਥੇ ਤੁਸੀਂ ਪਿਆਰ ਕਰੋਗੇ ਉੱਥੇ ਤੁਹਾਨੂੰ ਬਰਦਾਸ਼ਤ ਵੀ ਕਰਨਾ। ਜੇ ਤਾਂ ਤੁਸੀਂ ਪਿਆਰ ਰੱਖਣਾ ਆ ਤੇ ਤੁਹਾਨੂੰ ਉੱਥੇ ਕੀ ਕਰਨਾ ਪਊਗਾ? ਬਰਦਾਸ਼ਤ ਕਰਨਾ ਪਊਗਾ। ਪਰ ਜੇ ਤੁਸੀਂ ਪਿਆਰ ਨਹੀਂ ਰੱਖਦੇ ਤਾਂ ਤੁਸੀਂ ਬਰਦਾਸ਼ਤ ਵੀ ਨਹੀਂ ਕਰਨਾ। ਕਿਸੇ ਦੀ ਗਲਤੀ ਨੂੰ ਬਰਦਾਸ਼ਤ ਕਰਨਾ ਬਿਨਾਂ ਪਿਆਰ ਤੋਂ ਨਹੀਂ ਕੀਤਾ ਜਾ ਸਕਦਾ, ਬਿਨਾਂ ਪਵਿੱਤਰਤਾਈ ਤੋਂ ਨਹੀਂ ਕੀਤਾ ਜਾ ਸਕਦਾ। ਤੇ ਅੱਜ ਕੱਲ ਘਰਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਚੱਲਦੀਆਂ ਹੈ। ਪੈਸੇ ਤੋਂ ਬਿਨਾਂ ਵੀ ਪਰਿਵਾਰ ਚੱਲ ਜਾਂਦਾ ਹੈ, ਐਡਜਸਟ ਕਰ ਲੈਂਦੇ ਆ, ਪਰ ਲੜਾਈ ਝਗੜੇ ਦੇ ਨਾਲ ਬਹੁਤ ਮੁਸ਼ਕਲ। ਤੇ ਭੈਣਾਂ ਨੂੰ ਹਦਾਇਤ ਆ, ਪੜ੍ਹੀ ਅੱਗੇ। ਇਹ ਉਹਨਾਂ ਇਸਤਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ਰ ਦੀ ਭਗਤੀ ਨੂੰ ਮੰਨਦੀਆਂ ਹਨ। ਹਾਂ, ਇਹ ਉਹਨਾਂ ਨੂੰ ਫਬਦਾ ਇਹ ਗੱਲਾਂ। ਸੋਹਣੀਆਂ ਗੱਲਾਂ, ਚੰਗੀਆਂ ਗੱਲਾਂ ਉਹ ਕਰਨਗੀਆਂ ਜਿਹੜੀਆਂ ਕਿਹੜੀਆਂ? ਭਗਤੀ ਕਰਨ ਵਾਲੀਆਂ। ਜਿਹੜੀਆਂ ਕੌਣ ਔਰਤਾਂ ਆ? ਭਗਤੀ। ਜਿਹੜੀ ਤੋਬਾ ਕੀਤੀ, ਪਾਣੀ ਦਾ ਬਪਤਿਸਮਾ ਲਿਆ, ਪ੍ਰਾਰਥਨਾ ਕਰਨ ਵਾਲੀ ਭੈਣ ਆ, ਉਹ ਕਦੀ ਝਗੜਾਲੂ, ਉਹ ਘਰ ਵਿੱਚ ਕਲੇਸ਼, ਉਹ ਛੋਟੀ ਛੋਟੀਆਂ ਗੱਲਾਂ ਨੂੰ ਇਸ਼ੂ ਨਹੀਂ ਬਣਾਉਂਦੀ। ਉਹ ਬਰਦਾਸ਼ਤ ਕਰ ਦੋਗੀ, ਪਰਦਾ ਪਾ ਲਊਗੀ, ਉਸ ਗੱਲ ਨੂੰ ਖਤਮ ਕਰ ਦੋਗੀ ਜੇ ਉਹਨੇ ਆਪਣੇ ਪਰਿਵਾਰ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਨੂੰ ਦੇਖਣਾ ਆ ਤਾਂ ਜੇ ਉਹਨੇ ਨਹੀਂ ਦੇਖਣਾ ਫਿਰ ਉਹ ਛੋਟੀ ਛੋਟੀ ਗੱਲ ਵੀ ਵੱਡੀ ਕਰਕੇ ਦੱਸੋ। ਤੁਸੀਂ ਦੇਖ ਲਓ, ਜਿੰਨਾ ਤੁਹਾਡਾ ਪਿਆਰ ਹੋਊਗਾ ਉਹਦੀ ਹਰ ਗੱਲ ਬਰਦਾਸ਼ਤ ਹੋ ਜਾਂਦੀ, ਤੇ ਜਿੰਨਾ ਪਿਆਰ ਨਾ ਹੋਵੇ ਉਹਦੀ ਚੁਗਣੀ ਮਾੜੀ ਮਾੜੀ, ਇਹਨੇ ਐਂ ਕਰਤਾ, ਇਹਨੇ ਐਂ ਕਰਤਾ, ਇਹਨੇ ਗਲਾਸ ਦਾ ਮੂੰਹ ਐਂ ਚਾਹੀਦਾ ਸੀ, ਐਂ ਕਰਤਾ, ਕੌਲੀ ਉੱਥੇ ਰੱਖ ਦਿੱਤੀ, ਰੋਟੀ ਠੰਡੀ ਦੇ ਦਿੱਤੀ, ਰੋਟੀ ਗਰਮ ਦੇ ਦਿੱਤੀ। ਕਿਉਂਕਿ ਕੀ ਲੈਣਾ ਹੈ ਅਸੀਂ? ਫਸਾਦ ਪਾਉਣਾ। ਜਦੋਂ ਪਾਉਣਾ ਹੀ ਫਸਾਦ ਆ ਤੇ ਫਿਰ ਛੋਟੀਆਂ ਛੋਟੀਆਂ ਗੱਲਾਂ ਨੂੰ ਵੀ ਕੀ ਕੀਤਾ ਜਾਂਦਾ? ਵੱਡੀਆਂ ਬਣਾ ਕੇ ਪੇਸ਼ ਕੀਤਾ ਜਾਂਦਾ। ਪਰ ਜਦੋਂ ਅਸੀਂ ਪਰਿਵਾਰ ਨੂੰ ਦੇਖਣਾ ਤੇ ਯਿਸੂ ਮਸੀਹ ਦਾ ਡਰ ਰੱਖਣਾ, ਉਦੋਂ ਅਸੀਂ ਵੱਡੀਆਂ ਵੱਡੀਆਂ ਨੂੰ ਵੀ ਕੀ ਕਰ ਦਈਦਾ? ਇੱਧਰੋਂ ਸੁਣਿਆ ਤੇ ਇੱਧਰੋਂ ਖਤਮ। ਕਿਉਂਕਿ ਮੇਰਾ ਖੁਦਾ ਮਹਾਨ ਪਰਮੇਸ਼ਵਰ ਆ, ਜੇ ਤੂੰ ਮੇਰੇ ਨਾਲ ਸਹੀ ਨਹੀਂ, ਮੈਂ ਤੇਰੇ ਨਾਲ ਸਹੀ ਚੱਲ ਕੇ ਦਿਖਾਊਂਗਾ। ਬੋਲੋ ਹਾਲੇਲੂਇਆ। ਇੱਕ ਭੈਣ ਜਿਹੜੀ ਏਦਾਂ ਦਾ ਸੁਭਾਅ ਰੱਖਦੀ ਕਿ ਇਹ ਮੇਰੇ ਨਾਲ ਸਹੀ ਨਹੀਂ ਆ, ਪਰ ਕੋਈ ਗੱਲ ਨਹੀਂ, ਮੈਂ ਸਹੀ ਚੱਲ ਕੇ ਦਿਖਾਊਂਗੀ, ਮੈਂ ਇਹਦੇ ਨਾਲ ਪਿਆਰ ਕਰਕੇ ਦਿਖਾਊਂਗੀ। ਪ੍ਰਭੂ ਯਿਸੂ ਮਸੀਹ ਨੇ ਜਦੋਂ ਧਰਤੀ ਤੇ ਜਨਮ ਲਿਆ ਤਾਂ ਉਹਨਾਂ ਨੇ ਉਹਨਾਂ ਲੋਕਾਂ ਨੂੰ ਮਾਫ ਕੀਤਾ ਜਿਨ੍ਹਾਂ ਨੇ ਉਹਦੇ ਮੂੰਹ ਤੇ ਹੁਣੇ ਅੱਜ ਕੱਲ੍ਹ ਦੇ ਵਿਸ਼ਵਾਸੀ ਨਹੀਂ ਨਜ਼ਰ ਆਉਂਦੇ। ਅੱਜ ਕੱਲ੍ਹ ਦੀਆਂ ਗੱਲਾਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਆ। ਉਹ ਬਸ ਇੱਥੇ ਆਉਣਾ, ਚਰਚਾ 'ਚ ਇੱਕ ਆਦਤ ਪੈ ਗਈ ਹੈ। ਸਭ ਨੂੰ ਪਤਾ, ਪਹਿਲਾਂ ਅਸੀਂ ਗੀਤ ਗਾਉਣੇ, ਗੀਤ ਗਾ ਕੇ ਤੇ ਬੈਠੇ ਰਹਿਣਾ। ਬਾਈਬਲ 'ਚ ਲਿਖਿਆ ਜਿਹੜਾ ਚੁੱਪ ਕਰਕੇ ਬੈਠਾ ਦੁਸ਼ਟ ਵੀ ਧਰਮੀ ਲੱਗਦਾ। ਦੁਸ਼ਟ ਬੰਦ ਜੇ ਚੁੱਪ ਕਰਕੇ ਬੈਠਾ ਰਵੇ ਤੇ ਦੁਸ਼ਟ ਵੀ ਕੀ ਲੱਗਦਾ? ਹੁਣ ਜਿਹੜੀਆਂ ਕਲੀਸਿਆਵਾਂ ਦੇ ਵਿੱਚ ਬੈਠੇ ਆ ਉਹ ਸਾਰੇ ਧਰਮੀ ਲੱਗਦੇ ਆ, ਪਰ ਪਤਾ ਤਾਂ ਬਾਅਦ 'ਚ ਲੱਗਦਾ ਕਿ ਹੈ ਕੌਣ ਹੈ। ਜਦੋਂ ਸਤਸੰਗ 'ਚ ਬੈਠੇ ਆਪਾਂ ਸਾਰੇ ਕੀ ਆ? ਚੁੱਪ ਕਰਕੇ ਬੈਠੇ ਆ, ਹਾਲੇਲੂਇਆ ਹਾਲੇਲੂਇਆ ਕਰੀ ਜਾਈਦਾ, ਗੀਤ ਗਾਈ ਜਾਈਦੇ। ਏਦਾਂ ਲੱਗਦਾ ਕਿ ਸਾਰਾ ਆਤਮਾ ਇਹਦੇ 'ਚ ਜਾ ਵੜਿਆ ਹੈ। ਤੇ ਪਰ ਜਦੋਂ ਬਾਹਰ ਜਾ ਕੇ ਪਤਾ ਲੱਗਦਾ ਤਾਂ ਹਰ ਵੇਲੇ ਕੀ ਰਹਿੰਦਾ ਉਹਦੇ ਉੱਤੇ? ਦੁਸ਼ਟ ਆਤਮਾ ਹੁੰਦਾ, ਪਰ ਉਹਦੇ ਨਾਲ ਕੀ ਲੱਗ ਜਾਂਦਾ? ਦੁਸ਼ਟ ਆਤਮਾ। ਝਗੜਾ ਕੌਣ ਕਰਵਾਉਂਦਾ ਹੈ? ਬੋਲੋ, ਝਗੜਾ ਕੌਣ ਕਰਵਾਉਂਦਾ? ਦੁਸ਼ਟ ਆਤਮਾ। ਗਾਲਾਂ ਕੌਣ ਕਢਵਾਉਂਦਾ? ਦੁਸ਼ਟ ਆਤਮਾ। ਤੇ ਦੁਸ਼ਟ ਆਤਮਾ ਨੂੰ ਅਸੀਂ ਆਪਣਾ ਰਿਮੋਟ ਫੜਾਇਆ, ਤੂੰ ਜਿੱਦਾਂ ਮਰਜ਼ੀ ਚਲਾਈ। ਤੇ ਜਿਹੜਾ ਪਵਿੱਤਰ ਆਤਮਾ ਪਾਇਆ ਉਹਦੇ ਤੇ ਇੱਕ ਫਲ ਹੈ ਉਹਦਾ ਪਵਿੱਤਰ ਆਤਮਾ ਦਾ। ਉਸ ਭੈਣ ਦੇ ਮੂੰਹ ਤੇ ਕਦੀ ਉਦਾਸੀ ਨਹੀਂ ਆਊਗੀ, ਆਨੰਦ ਰਹੂਗਾ। ਕਿਉਂਕਿ ਬਾਈਬਲ 'ਚ ਲਿਖਿਆ ਆਨੰਦ ਪਵਿੱਤਰ ਆਤਮਾ ਦਾ। ਦੁੱਖ ਵਿੱਚ ਵੀ ਸੁੱਖ ਵਿੱਚ ਵੀ ਉਹ ਭੈਣ ਹਮੇਸ਼ਾ ਆਨੰਦ ਕਰੂਗੀ। ਤੇ ਕਈਆਂ ਦਾ ਮੂੰਹ ਤੇ ਹਮੇਸ਼ਾ 12 ਵਜੇ ਰਹਿੰਦੇ ਆ ਕਿ ਬਸ ਉਹਨੇ ਰਹਿਣਾ ਹੀ ਹੈ।
ਉਹਨੇ ਮੂੰਹ ਰੱਖਣਾ ਹੀ ਇਕੱਠਾ ਆ, ਕਿਉਂਕਿ ਉਹਨੂੰ ਕੁਝ ਚੰਗਾ ਲੱਗਦਾ ਹੀ ਨਹੀਂ। ਚੰਗਾ ਤਾਂ ਹੀ ਲੱਗਦਾ ਕਿਉਂਕਿ ਅੰਦਰੋਂ ਹਾਲੇ ਉਹਦਾ ਸੁਭਾਅ ਜਿਹੜਾ ਆ ਬਦਲੇ ਆ। ਉਹਨੂੰ ਹਰ ਵੇਲੇ ਬੁਰਾ, ਹਰ ਵੇਲੇ ਬੁਰਾ, ਹਰ ਵੇਲੇ ਬੁਰਾ, ਹਰ ਗੱਲ ਚੁਗਣੀ। ਮਾਫ ਕਰਨਾ ਕਿਸੇ ਨੂੰ ਗੁੱਸਾ ਲੱਗੇਗਾ, ਪਰ ਫਿਰ ਵੀ ਜਿਹਨਾਂ ਗੱਲਾਂ ਨੂੰ ਤੁਸੀਂ ਲਾਵੋਗੇ ਤਾਂ ਪਰਮੇਸ਼ਵਰ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਹਾਡੇ ਵਿੱਚੋਂ ਹੋ ਕੇ ਬਰਕਤ ਦਊਗਾ। ਬੋਲੋ ਹਾਲੇਲੂਇਆ। ਜਿਹੜੇ ਆ ਰੁਕੇ ਰੱਖੇ ਕੰਮ ਆ ਨਾ, ਇਹ ਇਸ ਕਰਕੇ ਰੁਕੇ ਹੁੰਦੇ ਆ ਕਿਉਂਕਿ ਅਸੀਂ ਉਹਦੇ ਨਾਲ ਸਹੀ ਨਹੀਂ ਆ। ਜਦੋਂ ਅਸੀਂ ਉਹਦੇ ਨਾਲ ਸਹੀ ਹੋ ਜਾਂਦੇ ਆ, ਸਾਡੇ ਸਾਰੇ ਕੰਮ ਯਹੋਵਾ ਪਰਮੇਸ਼ਵਰ ਕਰਦੇ ਆ। ਬੋਲੋ ਹਾਲੇਲੂਇਆ। ਅੱਗੇ ਪੜ੍ਹੀਏ। ਇਸਤਰੀ ਨੂੰ ਚਾਹੀਦਾ ਹੈ ਭਈ ਚੁੱਪਚਾਪ ਹੋ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲਵੇ। ਕੀ ਕਰੇ ਇਸਤਰੀ? ਕਹੋ ਬੋਲੋ ਕੀ ਕਰਨ ਭੈਣਾ? ਚੁੱਪਚਾਪ ਕਰਕੇ ਤੇ ਅਧੀਨਗੀ ਨਾਲ ਕੀ ਕਰਨ? ਜਿਹਨੂੰ ਚੁੱਪਚਾਪ ਕਰਕੇ ਕੀ ਰੌਲਾ ਹੀ ਉਹਦਾ ਜ਼ਿਆਦਾ। ਲਿਖਿਆ ਨਾ ਇੱਥੇ ਭੈਣਾ ਕੀ ਰਹਿਣ? ਚੁੱਪਚਾਪ ਰਹਿੰਦੀਆਂ ਭੈਣਾ ਚੁੱਪਚਾਪ ਨਾ, ਰੌਲਾ ਹੀ ਇਹਨਾਂ ਦਾ ਕਿਉਂਕਿ ਅਨੋਖੀ ਆ। ਸਭ ਕੁਝ ਹੋ ਸਕਦਾ ਪਰ ਭੈਣਾਂ ਨੂੰ ਕੰਟਰੋਲ 'ਚ ਕਰਨਾ। ਤੂੰ ਮੈਂ ਚਿੜੀਆਂ ਵਾਂਗੂ ਚੀ ਚੀ, ਕੁਕੜਾ ਵਾਂਗੂ ਕਹਿ ਆ ਹੋ ਗਿਆ, ਉਹ ਹੋ ਗਿਆ, ਆ ਹੋ ਗਿਆ। ਉਹ ਬਸ ਵੇਟ 'ਚ ਰਹਿੰਦੀਆਂ ਭੈਣਾਂ। ਬਸ ਜਿੱਦੋਂ ਕਿਤੇ ਉਹ ਟਾਈਮ ਦੇਖੀ ਜਾਣਾ ਵੀ ਸੁੱਖੇ ਦਾ ਡੈਡੀ ਆਉਣ ਵਾਲਾ ਹੀ ਆ, ਆਉਂਦੇ ਨੂੰ ਪਾਣੀ ਬਾਅਦ ਤੇ ਪਹਿਲਾਂ ਪਟਾਰੀ ਖੋਲ ਦੇਣੀ। ਏਦਾਂ ਹੋ ਗਿਆ, ਉਹਦਾ ਹੋ ਗਿਆ, ਉਹਨੇ ਆਹ ਕਰਤਾ, ਇਹਨੇ ਆਹ ਕਰਤਾ। ਚਾਹੀਦਾ ਕੀ ਸੀ? ਕੋਈ ਗੱਲ ਨਹੀਂ, ਜੋ ਹੋ ਗਿਆ। ਇਹ ਸਾਰੀਆਂ ਗੱਲਾਂ ਨੂੰ ਮੈਂ ਯਿਸੂ ਮਸੀਹ ਦੇ ਕਦਮਾਂ 'ਚ ਰੱਖੂੰਗੀ ਤੇ ਅਗਲੇ ਦਿਨ ਨੂੰ ਉਹਨੇ ਸਾਰਾ ਮਸਲਾ ਹੱਲ ਕਰ ਦੇਣਾ। ਬੋਲੋ ਹਾਲੇਲੂਇਆ। ਤੇ ਪਿਛਲੇ ਹਫਤੇ ਮੈਂ ਦੱਸਿਆ ਸੀ ਧਿਆਨ ਕਿਹਦੇ ਤੇ ਰੱਖਣਾ ਹੈ? ਯਹੋਵਾ ਪਰਮੇਸ਼ਰ ਦੇ। ਜਦੋਂ ਤੁਸੀਂ ਧਿਆਨ ਯਹੋਵਾ ਤੇ ਰੱਖੋਗੇ ਤੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਖੁਦਾ ਨੇ ਕਰ ਦੇਣਾ। ਬੋਲੋ ਹਾਲੇਲੂਇਆ। ਬਸ ਅਸੀਂ ਤੇ ਆਪ ਹੀ ਫਸੇ ਪਏ ਹਾਂ, ਅਸੀਂ ਤੇ ਆਪ ਹੀ ਕੰਟਰੋਲ ਹੈ ਨਹੀਂ ਸਾਡਾ। ਅੱਗੇ ਪੜ੍ਹੀਏ। ਮੈਂ ਇਸਤਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉਤੇ ਹੁਕਮ ਚਲਾਉਣ ਦੀ ਪ੍ਰਵਾਨਗੀ ਨਹੀਂ। ਨੰਬਰ 1 ਇਸਤਰੀ ਨੂੰ ਸਿੱਖਿਆ ਦੇਣ ਦੀ ਪ੍ਰਵਾਨਗੀ ਨਹੀਂ ਦਿੰਦਾ ਮੈਂ, ਬਚਨ ਕਹਿ ਰਿਹਾ ਹੈ। ਤੇ ਨਾ ਹੀ ਇਸਤਰੀ ਨੂੰ ਬੰਦੇ ਤੇ ਹੁਕਮ ਚਲਾਉਣ ਦੀ। ਅੱਜ ਕੱਲ ਤਾਂ ਹੁਕਮ ਹੀ ਇਹਨਾਂ ਦਾ ਹੈ। ਜੇ ਜਾਂਦੀਆਂ ਭੈਣ ਨੇ ਕਹਿਤਾ ਵੀ ਸਟੀਅਰਿੰਗ ਐਨ ਨੂੰ ਮੋੜ ਦੇ, ਉਹ ਮੋੜਨਾ ਪਊਗਾ। ਨਾ ਮੋੜੇ ਤੇ ਉਹਨੇ ਉਹਦਾ ਮੋੜ ਦੇਣਾ। ਆ ਦੇਖੋ ਪਾਣੀ 'ਚ ਲਿਖਿਆ ਨਾ, ਫਿਰ ਪੜੋ ਸਟੈਂਡ। ਤੁਸੀਂ ਮੇਰੇ ਵੱਲ ਦੇਖੀ ਜਾਣਾ। ਮੈਂ ਇਸਤਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉਤੇ ਹੁਕਮ ਚਲਾਉਣ ਦੀ ਆਗਿਆ ਨਹੀਂ ਦਿੰਦਾ। ਤੁਹਾਨੂੰ ਦੀ ਆਗਿਆ ਮਿਲੀ ਨਹੀਂ ਭੈਣੋ। ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ, ਉਹ ਇਸ ਗੱਲ ਨੂੰ ਧਿਆਨ ਰੱਖੀਏ, ਆਪਣੇ ਆਦਮੀ ਦੇ ਪੁਰਖ ਦੇ ਉੱਤੇ ਹੁਕਮ ਨਾ ਚਲਾਓ ਤੇ ਨਾ ਉਹਨੂੰ ਸਿੱਖਿਆ ਦਿਓ। ਚੁੱਪਚਾਪ ਰਹਿ ਕੇ ਕੀ ਕਰੋ? ਸਿੱਖੋ। ਬਾਈਬਲ 'ਚ ਲਿਖਿਆ। ਪਰ ਜਿਨ੍ਹਾਂ ਨੂੰ ਚੁੱਪਚਾਪ ਰਹਿਣ ਲਈ ਆਖਿਆ, ਰੌਲਾ ਉਹਨਾਂ ਦਾ ਸਭ ਤੋਂ ਜ਼ਿਆਦਾ। ਘਰਾਂ ਵਿੱਚ ਲੜਾਈ ਕਦੀ ਬੰਦੇ ਲੜਦੇ ਦੇਖੇ? ਬੰਦੇ ਕਦੀ ਲੜਦੇ ਨਹੀਂ ਆਪਸ ਵਿੱਚ। ਉਹ ਚੁੱਪ ਕਰਕੇ ਜੇ ਗੁੱਸਾ ਆ ਵੀ ਜਾਵੇ ਤੇ ਇੱਧਰ ਉੱਧਰ ਕਰਕੇ ਟਾਈਮ ਕੱਢ ਲੈਂਦੇ। ਤੇ ਰੌਲਾ ਕਿਹਨਾਂ ਦਾ ਹੈ? ਬੀਬੀਆਂ ਦਾ, ਭੈਣਾਂ ਦਾ। ਇਹ ਫਸੀਆਂ ਰਹਿਣ, 100 ਬੰਦੇ ਆ ਜਾਣ ਭਾਵੇਂ, ਪਰ ਇਹ ਨਹੀਂ ਸਮਝਦੇ, ਮੰਨਣਾ ਹੀ ਨਹੀਂ। ਜਦੋਂ ਆਪਾਂ ਠਾਣ ਹੀ ਲਿਆ ਕਿ ਮੈਂ ਮੰਨਣਾ ਹੀ ਨਹੀਂ, ਤਾਂ ਫਿਰ ਮਨਾਓ ਕੌਣ? ਪਰ ਬਾਈਬਲ ਕਹਿੰਦੀ ਇਹ ਮੇਰੀ ਬੇਟੀ ਜੋ ਆਪਣੇ ਆਪ ਨੂੰ ਦੁਨਿਆਵੀ ਸ਼ਿੰਗਾਰ ਦੇ ਨਾਲ ਸ਼ਿੰਗਾਰ ਕੇ ਇਹ ਨਾ ਆਖ ਕਿ ਮੈਂ ਬਹੁਤ ਸੋਹਣੀ ਆ ਜਾਂ ਮੈਂ ਬਹੁਤ ਅਕਲਮੰਦ ਆ। ਅਕਲ ਤੇਰੀ ਜ਼ਬਾਨ ਵਿੱਚੋਂ ਨਜ਼ਰ ਆਉਣੀ, ਅਕਲ ਬੋਲ ਚਾਲ ਤੋਂ ਨਜ਼ਰ ਆਉਣੀ ਹੈ। ਉਹਦੇ ਪਰਿਵਾਰ ਦਾ ਜੀਵਨ ਕਿੱਦਾਂ ਦਾ ਆ, ਉਹਦੇ ਪਰਿਵਾਰ ਵਿੱਚ ਰਹਿਣ ਸਹਿਣ ਕਿੱਦਾਂ ਦਾ ਆ, ਉਹ ਗੱਲਾਂ ਦੱਸਣਗੀ। ਅੱਗੇ ਪੜੋ। ਸਗੋਂ ਚੁੱਪਚਾਪ ਰਹੇ ਕਿਉਂ ਜੋ ਆਦਮ ਪਹਿਲਾਂ ਰਚਿਆ ਗਿਆ ਸੀ। ਉਹ ਭੈਣ ਕੀ ਰਵੇ? ਚੁੱਪਚਾਪ ਰਵੇ, ਕਿਉਂਕਿ ਆਦਮ ਪਹਿਲਾਂ ਕੌਣ ਬਣਿਆ ਸੀ? ਤੇ ਬਾਅਦ ਚ ਤੇ ਔਰਤ ਅੱਗੇ ਹੋ ਗਈ। औरत पहला हो गई तो आदम बेचारा पिछो आप ही पीछे हो गया है, क्योंकि उन्हें पता गांव जाके भी औखा है, इतनी की बैठा है। रौला 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 फैसले रौला सब तुसीं देखिया एक खाना बनया है, ਉਹਦਾ ਨਾਮ ਰੱਖਿਆ ਮੇਲਾ
ਮਹਿਲਾ ਮੰਡਲ ਬਣਿਆ। ਕਦੀ ਬੰਦਿਆਂ ਦਾ ਮੰਡਲ ਵੀ ਬਣਾਇਆ ਨਹੀਂ। ਇਹਨਾਂ ਨੇ ਕਿਉਂ ਬਣਾਇਆ? ਕਿਉਂਕਿ ਉਹਨਾਂ ਨੂੰ ਪਤਾ ਇੱਥੇ ਝਗੜੇ ਜਿਹੜੇ ਆਉਣੇ ਇਹਨਾਂ ਦੇ ਹੀ ਆਉਣੇ, ਤੇ ਉਹਨਾਂ ਨੇ ਨਾਂ ਹੀ ਦਿੱਤਾ, ਵੱਡੇ ਵੱਡੇ ਅੱਖਰਾਂ ਲਿਖਿਆ ਹੁੰਦਾ ਥਾਣਾ ਇੱਕ ਵੱਖਰਾ ਹੀ ਬਣਾਤਾ ਹੈ ਗਵਰਨਮੈਂਟ ਨੇ। ਉਹਦਾ ਨਾਂ ਕੀ ਰੱਖਿਆ? ਮਹਿਲਾ ਮੰਡਲ, ਮਹਿਲਾ ਥਾਣਾ। ਕਿ ਉੱਥੇ ਸਾਰਾ ਰੌਲਾ ਇਹਨਾਂ ਦਾ, ਉਹ ਮਹਿਲਾ ਥਾਣੇ 'ਚ ਮਹਿਲਾਵਾਂ ਦਾ ਹੀ ਰੌਲਾ ਹੈ, ਭੈਣਾਂ ਦਾ ਹੀ ਰੌਲਾ ਆ। ਮੈਂ ਨਹੀਂ ਰਹਿਣਾ, ਮੈਂ ਨਹੀਂ ਰੱਖਣਾ, ਮੈਂ ਨਹੀਂ ਰਹਿਣਾ, ਆਹ ਕਰਤਾ, ਉਹ ਕਰਤਾ, ਐ ਹੋ ਗਿਆ, ਉਹ ਹੋ ਗਿਆ। ਬਸ ਕਦੀ ਖੁਸ਼ ਹੋ ਕੇ ਨਹੀਂ ਕਹਿਣਾ ਯਿਸੂ ਮਸੀਹ ਦਾ ਨਾਮ ਮੁਬਾਰਕ ਹੋਵੇ। ਅੱਜ ਤੱਕ ਖੁਦਾ ਨੇ ਸੰਭਾਲਿਆ, ਆਉਣ ਵਾਲੇ ਸਮੇਂ ਵੀ ਮੇਰਾ ਖੁਦਾ ਮੈਨੂੰ ਸੰਭਾਲੂਗਾ। ਬੋਲੋ ਹਾਲੇਲੂਇਆ। ਪਰ ਜੀਵਨ ਇਦਾਂ ਦਾ ਹੋਣਾ ਚਾਹੀਦਾ ਭੈਣਾਂ ਦਾ ਕਿ ਉਹ ਪਵਿੱਤਰ ਆਤਮਾ ਪਾਈਆਂ ਹੋਈਆਂ ਭੈਣਾਂ ਕਦੀ ਝਗੜਾਲੂ ਨਹੀਂ ਹੁੰਦੀਆਂ, बुरे अभिषेक च नहीं रहंदियां, आत्मा दे नाल भरियां रहंदियां। आगे पढ़िए। आदम ने धोखा नहीं खाता, पर स्त्री धोखा खा के अपराध विच पै गई। धोखा सब तो पहला भी इन्हीं खादा ते फसाया भी बंदे नूं। कहंदी मैं ते खा लिया ते फटाफट तू भी खा लो। वो बेचारा ना नहीं सी कर सकदा, ओने भी खा लिया, आप ते डुब्बी डुब्बी ते नाल ओनू मिलिया। मेरी बेनती है प्रभु दियां बच्चियों जिन्होंने बाद में भी नैट तो भी सुनना, उन्होंने भी मेरी बेनती है कि हर एक भैन रब का डर मानती हुए चले। आगे पढ़ो। ਤਾਂ ਵੀ ਬਾਹਰ ਜੰਨਤ ਦੇ ਵਸੀਲੇ ਨਾਲੋਂ ਬਚਾਈ ਜਾਵੇਗੀ। ਹੁਣ ਇਹਦੀ ਤੁਸੀਂ 3 ਅਧਿਆਏ ਦੀ 11 ਪੜ੍ਹ ਦਿਓ। ਇਸੇ ਤਰ੍ਹਾਂ ਤੀਵੀਆਂ ਨੂੰ ਚਾਹੀਦਾ ਹੈ, ਇਸੇ ਤਰ੍ਹਾਂ ਤੀਵੀਆਂ ਨੂੰ, ਇਸੇ ਤਰ੍ਹਾਂ ਭੈਣਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਜੋ ਕਿ ਹੁਣ ਗੰਭੀਰ ਹੋਣ। ਹਾਂ, ਨਾ ਉਂਗਲ ਕਰਨ ਵਾਲੀਆਂ, ਨਾ ਉਂਗਲ ਕਰਨ ਵਾਲੀਆਂ, ਤੂੰ ਇਦਾਂ ਦਾ, ਤੂੰ ਉਦਾਂ ਦਾ, ਤੂੰ ਨਹੀਂ ਚੰਗੀ, ਆਹ ਨਹੀਂ ਚੰਗਾ, ਨਾ ਉਂਗਲ ਕਰਨ ਵਾਲੀਆਂ, ਸਗੋਂ ਪਰਹੇਜ਼ਗਾਰ ਅਤੇ ਸਾਰੀਆਂ ਗੱਲਾਂ ਵਿੱਚ ਮਾਤਵਰ ਹੋਣ। ਹਾਂ, ਸਾਰੀਆਂ ਗੱਲਾਂ ਵਿੱਚ ਮਾਤਵਰ। हिंदी च बहुत अच्छा लिखा मेरी वाली बाइबल। स्त्रियां भी सम्माननीय हो, दोषपूर्ण गप शप करने वाली ना हो, गप्पा मारनियां बह के, चुगलियां करनियां बह के, इदां दियां भैणां नहीं होणियां चाहिए। उदा असीं चर्च जानियां, असीं पवित्र आत्मा पाया, पर साडा अपने उत्ते कंट्रोल नहीं, क्योंकि असीं मसीह दे नाल चलदियां नहीं, असीं दुनियावी गल्लां नाल चलदियां। हुण एक लाइन पढ़ो तुसी, पहला कुरिन्थियां 6 अध्याय ओदी एक आयत पढ़ दें। जब तुम्हारे मध्य आपस में झगड़ा होता है तो तुम में से ऐसा कोई है जो पवित्र लोगों के पास जाने के बदले धर्मियों अधर्मियों से न्याय करवाने का दुस्साहस करता है। आपस में झगड़ा कुरिन्थियां दी भी कलीसिया दे विच आपस में की हुंदा सी। वो कहता जिन्हां च आपस में झगड़ा हुंदा वो संसारिक लोग आ, वो आत्मिक लोग नहीं आ। असीं अपनियां कामां अपनियां गल्लां करदे रहना है, झगड़ा भी करना है, गुस्सा भी करना है, ते असीं यीशु मसीह दे नाल एक चैलेंज बनिया हुंदा, ओहने मेरे लिए कीता कुछ नहीं है, प्रभु ने मैनू दिता कुछ नहीं है, चंगा नहीं खुदा, उन्हें आ नहीं कीता, उन्हें वो नहीं कीता। प्रियो, परमेश्वर तुहाडे लिए सब कुछ करना चाहुंदा, पर तुसी प्रभु यीशु मसीह दे नाल चलना है। चलू कौन? ओ जेड़ा परमेश्वर दा की रखदा है, डर ते भय रखदा। इस कलीसिया दे विच भी लड़ाई झगड़े, अज भी परिवारां दे विच, मसीही परिवारां दे विच लड़ाई झगड़े घरां विच पाए जांदे आ, और वो लोग जेड़े दूसरे आ वो फिर तुहाडा तमाशा देखदे। तमाशा तुहानू पता नहीं तुहाडे घर जेड़ा झगड़ा हो रहा वो दुष्ट आत्मा दा करके आ, तुहाडे विच दुष्ट आत्मा बैठियां वो झगड़ा उत्पन्न करदियां। ते इस बदरू नू कहिए कि प्रभु यीशु दे नाम विच मेरे विचों निकल जा, यो निकलेगी। पर कहूंगा वो जेड़ा स्वीकार करूंगा कि मेरे द्वारा झगड़ा उत्पन्न हुंदा, मैं हर वेले छोटी गल नूं वड्डी गल बना दिंदी हां ते इस घर दी शांति भंग होई आ। ओ भैन कहे आए खुदा मेरे ते दया कर, मेरा सुभाव बदल दे ते मेरा जीवन बदल जाऊगा। और झगड़ियां दे नाल पवित्र आत्मा दी वरदान, पवित्र आत्मा दी आशीष जेड़ी आ वो रुक जांदी, बरकतां रुक जांदियां,
शैतान दे लई रस्ता खुल जाता कि तू इन्हां दे घरां विच जा ते लड़ाई झगड़े उत्पन्न कर, हस्बैंड वाइफ दा तलाक करवा दे, मां बाप तो बच्चे अड करा दे। ये दुष्ट आत्मा जा वड़दी है। पर कुछ विश्वासी ढीठ हो गए, सुन सुन के अपने आप को पत्थर कर लिया कि असी मनना ही नहीं, असी छड्डना ही नहीं है, असी अपनी हालात को इदा ही बना के रखना कि साडे ते आशीष आवे ही ना। बस दुआवां कराउणियां है, तू भी दुआ कर दे, तू भी दुआ कर दे, तू भी दुआ कर दे। परमेश्वर तुहानू दुआ करने वाले बनाना चाहता। बोलो हालेलुया। पर अपना सुभाव सानू छड्डना पवेगा, अपनी हालात सानू बदलनी पऊगी। बहनों याद रखिए, बाइबल च लिखिया इदां दियां भैणां होणियां चाहिदियां कि वो दूसरियां भैणां नू सिखा सकन। ते जिहड़ी आप नहीं दुआ करदी दूसरी नू सिखाओगी, ते जिहड़ी आप नहीं लड़दों हटदी ते दूसरी नू की दसूगी, ते जिहड़ी आप नहीं नाटक देखणों हटदी। दूसरा तिमोथियस 1:5 मैनू तेरी तिमोथियस नू कह रहा पौलुस रसूल, मैनू तेरी निष्कपट नजर आउंदी आ। निष्कपट जिहदे विच कपट नहीं, वो तेरे चो तेरा विश्वास मैनू नजर आउंदा। हां जेड़ा पहला तेरी नानी लोइस, पहला तेरी नानी लोइस, तिमोथियस की नानी का नाम की है लोइस, लोइस। पहला तेरी नानी लोइस, हाँ, अते तेरी माता यूनिका, तेरी माता यूनिका, हाँ, यूनिका विच सी, हाँ, अते मैनू प्रतीत है जो तेरे विच भी है। हाँ। पहला किस को किया वचन? नानी। बोलो बोलो, पहला किस को किया? नानी को। नानी ने किनू सिखाया? अपनी कुड़ी नू। ओदी कुड़ी यूनिके ओदा नाम है, और लुइस ने अपनी कुड़ी यूनिके नू सिखाया। यूनिके तो वचन विश्वास किथे गया? तिमोथियस को। और तिमोथियस ने अपनी मां को सिखाया। ये भी दो औरतां ही हैं, ये भी दो भैणां हैं। लुइस अपने अंदर परमेश्वर का कलाम बना के रखिया, अपने अंदर परमेश्वर का डर ते परमेश्वर का पैर रखिया। ओदे तो ओदी बेटी सिख गई, और ओदी बेटी तो ओदा बेटा तिमोथियस सिख गया, जेड़ा आज प्रभु यीशु मसीह का दास है। बोलो हालेलुया। भैणों याद रखिए, भैणा ने ही गांव वचन देना है। नानी की बुजुर्ग हो गई है, पर नानी की सिखा रही है? जेड़ियां भैणा हुण बुजुर्ग हो गई है, की सिखाउण? की सिखाउण? ये लड़ना सिखाउण। जे तू आ दा मारूंगी ना तो तू तां जित जाऊंगी, तू 4 दिन इत्थे आ जा, आपे सीधे हो जाएंगे। की सिखा रही हैं? बाइबल की लुइस ने की सिखाया? यूनिके नू परमेश्वर का विश्वास रखना, निष्कपट विश्वास। लुइस को गया यूनिके को, और यूनिके को तिमोथियस को गया। ते तिमोथियस आज जवानी के दिनों में खुदा की सेवा कर रहा। बोलो हालेलुया। भैणों अपने विचों परमेश्वर का वचन वंडो। इन्हां नौजवान भैणां जिहड़ियां तुहाडे कोल बैठियां, तुहाडीਆਂ बेटियां हो सकदियां, तुहाडे तो छोटियां हो सकदियां, उन्हां नूं समझाओ, उन्हां नूं अपने विचों जीवन की शिक्षा दिओ कि जिद्दां मैं दुआ करन वाली हां, जिद्दां मैं वचन पढ़न वाली हां, जिद्दां मैं ईमान ते खड़ी हां, इदां तुसीं भी विश्वास ते खड़ियां रहियो। तुहानूं परमेश्वर आउण वाले दिनां च वड्डियां बरकतां देवेगा। बोलो हालेलुया। पर जे आप सीखी सी लुइस ते तां ही यूनिके नूं सिखा सकी, ते जे आप ना सीखदी तो झगड़ालू तीमी कभी कह सकती झगड़ा ना कर। झगड़ालू तीमियां भी बाइबल च लिखिया, झगड़ालू तीमी नालों कोठे ते एक नुक्कर च रहना चंगा है। झगड़ालू तीमी नाल। भैणों कदी अपना जीवन झगड़ालू ना बनाओ, तुहाडीआं बरकतां रुक जाणीआं। ते वो जिहड़े परिवार के मैंबर आ, उन्होंने बाइबल च लिखिया, ਉਹਦੇ हसबैंड ਨੂੰ प्रभु ने कहा, कहता छत ते किसी नुक्कर च बह जाना चंगा ਇਹਦੇ ਨਾਲ इस औरत ਦੇ ਨਾਲ ਸਮਾਂ ਗੁਜ਼ਾਰਨਾ। हर वेले झगड़ा, हर वेले झगड़ा, हर वेले ਉਹੀ ਗੱਲਾਂ, हर वेले रिपीटेड। ਉਹ ਫਿਰ ਦੁਸ਼ਟ ਆਤਮਾ ਜਿਹੜੀ ਆ ਉਹ ਉਸ ਸਮੇਂ ਦਾ ਫਾਇਦਾ ਉਠਾਉਂਦੀ। ਉਹ ਫਿਰ ਘਰਾਂ ਵਿੱਚ ਵੜ ਕੇ
ਉਹਨੂੰ ਪਤਾ ਕਿ ਇਹਨਾਂ ਨੂੰ ਹੁਣ ਕਿੱਦਾਂ ਮੈਂ ਕਲੇਸ਼ ਪਾਉਣਾ ਹੈ। ਕਲੇਸ਼ ਦੇ ਨਾਲ ਗਰੀਬੀ ਆ ਜਾਂਦੀ ਆ, ਕਲੇਸ਼ ਦੇ ਨਾਲ ਪਰਿਵਾਰ ਟੁੱਟ ਜਾਂਦਾ ਆ, ਕਲੇਸ਼ ਦੇ ਨਾਲ ਆਉਣ ਵਾਲੀਆਂ ਬਰਕਤਾਂ ਸਟੱਪ ਹੋ ਜਾਂਦੀਆਂ ਆ, ਕਲੇਸ਼ ਦੇ ਨਾਲ ਮਨ ਪਰੇਸ਼ਾਨ ਹੋ ਜਾਂਦਾ, ਬਿਮਾਰੀਆਂ ਲੱਗ ਜਾਂਦੀਆਂ। ਬਿਮਾਰੀਆਂ ਤੋਂ ਆਜ਼ਾਦ ਹੋਣ ਵਾਸਤੇ ਪਵਿੱਤਰ ਆਤਮਾ ਦੇ ਫਲਾਂ ਨਾਲ ਭਰ ਜਾਈਏ। ਖੁਦਾ ਤੁਹਾਨੂੰ ਵੱਡੀਆਂ ਬਰਕਤਾਂ ਦੇਵੇਗਾ। ਬੋਲੋ ਹਾਲੇਲੂਇਆ। ਇਹ ਪੜੋ ਇਸ ਲਾਈਨ ਨੂੰ 1:5 ਨੂੰ। ਮੈਨੂੰ ਤੇਰੀ ਨਿਸ਼ਕਪਟ ਨਿਸ਼ਚਾ ਚੇਤੇ ਆਉਂਦੀ ਹੈ। ਮੈਨੂੰ ਤੇਰੀ ਨਿਸ਼ਕਪਟ ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਕਪਟ ਨਹੀਂ ਆ, ਹਾਂ, ਜਿਹੜੀ ਪਹਿਲਾਂ ਤੇਰੀ ਨਾਨੀ ਕੋ ਸੀ ਨਿਸ਼ਕਪਟ ਵਿਸ਼ਵਾਸ। ਤੇਰੀ ਨਾਨੀ ਈਮਾਨ ਰੱਖਣ ਵਾਲੀ ਨਿਸ਼ਕਪਟ ਵਿਸ਼ਵਾਸ ਰੱਖਦੀ ਸੀ, ਹਾਂ। ਅਤੇ ਤੇਰੀ ਮਾਤਾ ਯੂਨਿਕਾ ਫਿਰ ਉਹਦੇ ਤੋਂ ਤੇਰੀ ਮਾਂ ਤੇ ਆ ਗਿਆ ਉਹ ਵਿਸ਼ਵਾਸ, ਹਾਂ। ਅਤੇ ਮੈਨੂੰ ਪ੍ਰਤੀਤ ਹੈ ਜੋ ਤੇਰੇ ਵਿੱਚ ਵੀ ਹੈ। ਬੋਲੋ ਹਾਲੇਲੂਇਆ। ਉਹ ਕਹਿੰਦਾ ਮੈਨੂੰ ਪ੍ਰਤੀਤ ਹੈ ਉਹ ਵਿਸ਼ਵਾਸ ਕਿੱਥੋਂ ਤੁਰਿਆ? ਵਿਸ਼ਵਾਸ ਪਰ ਨਾਨੀ ਤੋਂ ਤੁਰਿਆ। ਕਿੱਥੋਂ ਤੁਰਿਆ ਆ? ਨਾਨੀ। ਤੇ ਨਾਨੀਓ ਚੇਤੇ ਰੱਖੋ ਤੁਹਾਡੇ ਤੋਂ ਗਾਂਹ ਜਾਣਾ, ਤੁਹਾਡੇ ਤੋਂ। ਕਈ ਵਾਰੀ ਆਮ ਤੌਰ ਤੇ ਘਰਾਂ 'ਚ ਪਰਿਵਾਰਾਂ ਵਿੱਚ ਗੱਲ ਹੋਈ ਜਾਂਦੀ, ਤੇਰੀ ਮਾਂ ਨੇ ਤੈਨੂੰ ਕੁਝ ਸਿਖਾਇਆ ਨਹੀਂ। ਕਦੀ ਇਹ ਗੱਲ ਨਹੀਂ ਕਹਿਣਗੇ ਕਿ ਤੇਰੇ ਬਾਪ ਨੇ ਤੈਨੂੰ ਸਿਖਾਇਆ ਨਹੀਂ, ਨਾ, ਇਦਾਂ ਦੀ ਕਹਾਵਤ ਨਹੀਂ ਹੈ। ਇੱਕੋ ਹੀ ਕਹਾਵਤ ਆ, ਤੇਰੀ ਮਾਂ ਨੇ ਤੈਨੂੰ। ਇਹਦਾ ਮਤਲਬ ਮਾਵਾਂ ਕੀ ਕਰਦੀਆਂ? ਸਿਖਾਉਂਦੀਆਂ। ਤੇ ਜਿਹੜੀ ਮਾਂ ਲੜਾਕੀ ਆ ਉਹ ਕੀ ਸਿਖਾਊਗੀ? ਲੜਨਾ। ਹਾਰੂ ਨਹੀਂ ਉਹਦੀ ਕੁੜੀ ਏਦਾਂ ਹੈ, ਕਿਉਂਕਿ ਉਹਨੇ ਟ੍ਰੇਨਿੰਗ ਕਿੱਥੋਂ ਲਈ ਹੁੰਦੀ? ਮਾਂ ਤੋਂ ਛੋਟੀ ਹੁੰਦੀ ਤੋਂ ਟ੍ਰੇਨਿੰਗ ਮਿਲੀ ਆ ਵੀ ਆਹ ਗੱਲ ਕਹਿ ਦੇ ਤੇ ਤੇਰਾ ਮਸਲਾ ਹੱਲ ਦੀ ਗੱਲ ਹੈ। ਤੇ ਇਹ ਤਿਮੋਥੀਅਸ ਦੀ ਨਾਨੀ ਨੇ ਵਿਸ਼ਵਾਸ ਰੱਖਿਆ, ਆਪਣੀ ਬੇਟੀ ਨੂੰ ਦੇ ਦਿੱਤਾ, ਉਹਦੀ ਬੇਟੀ ਨੇ ਆਪਣੇ ਪੁੱਤਰ ਤਿਮੋਥੀਅਸ ਨੂੰ ਦੇ ਦਿੱਤਾ। ਤੇ ਪੌਲੁਸ ਰਸੂਲ ਲਿਖਦਾ ਆ, ਉਹ ਨੇਚਾ ਮੈਨੂੰ ਤੇਰੇ ਵਿੱਚੋਂ ਨਜ਼ਰ ਆਉਂਦੀ। ਤੇ ਜੇ ਇਹ ਈਮਾਨ ਵਾਲੀ ਸੀ ਲੂਇਸ ਤੇ ਯੂਨੀਕੇ, ਉਹਨਾਂ ਦਾ ਨਾਮ ਅੱਜ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਹੋਇਆ। ਬੋਲੋ ਹਾਲੇਲੂਇਆ। ਜੇ ਨਾ ਹੁੰਦਾ ਫਿਰ ਨਾਮ ਨਹੀਂ ਸੀ। ਅੱਜ ਪਰਮੇਸ਼ਰ ਤੁਹਾਡਾ ਨਾਮ ਉੱਚਾ ਕਰਨਾ ਚਾਹੁੰਦਾ ਭੈਣੋ, ਪਰ ਜੇ ਤੁਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਰਹੋਗੀਆਂ ਤਾਂ